ग्रेविटेशन पोटेंशियल कोई इदा दा है जिन्हों ग्रेविटेशन पोटेंशियल दी डेफिनेशन दे विच डाउट होवे जेडी गल एक्सप्लेन कीती सी क्या कोई बच्चा है पुत जिन्हों ग्रेविटेशन पोटेंशियल वाली टर्म दा मीनिंग नहीं आंदा होवे जे है तो जरूर बोलो क्योंकि इस टर्म की लोड़ बार-बार पैनी है अपन आप डिफाइन किया सीगा इट इज द अमाउंट ऑफ वर्क डन in bringing a body of a unit mass from infinity to the given point without producing any acceleration ਤੇ ਕੱਲ ਡੈਫੀਨੇਸ਼ਨ ਚ ਸਿਰਫ ਲਾਸਟ ਜਿਹੜੇ ਵਰਡ ਬੋਲਦਾ ਪਏ ਰਹਿ ਗਏ ਸੀ ਐਕਸਪਲੇਨ ਕਰਨੇ ਇਹਨੂੰ ਹੁਣ ਨਾਲ ਕਰਾਂਗਾ ਆਪਾਂ ਇੰਨੀ ਗੱਲ ਕਰਦੇ ਪਏ ਕਿ ਤੁਸੀਂ ਐਸਐਚ ਕਿਸੇ ਬੋਡੀ ਨੂੰ ਇਨਫਿਨਿਟੀ ਤੋਂ ਗਿਵਨ ਪੁਆਇੰਟ ਤੇ ਲੈ ਕੇ ਆਣਾ ਤੇ ਉਹ ਗਿਵਨ ਪੁਆਇੰਟ ਕਿੱਥੇ ਹੋਏਗਾ ਅਸੀਂ ਕਹਿੰਦੇ ਜਿਹੜਾ ਸੋਰਸ ਮਾਸ ਹੋਏਗਾ सोर्स मास ਅਸੀਂ ਕਿਹਨੂੰ ਕਿਹਾ ਸੀ ਜਿਹਨੇ ਫੋਰਸ ਆਫ ਅਟਰੈਕਸ਼ਨ ਐਗਜ਼ਰਟ ਕਰਨੀ ਕਿਸੇ ਬਾਡੀ ਦੇ ਉੱਤੇ ਠੀਕ ਹੈ ਉਸ ਸੋਰਸ ਮਾਸ ਦਾ ਇੱਕ ਗ੍ਰੈਵਿਟੇਸ਼ਨਲ ਫੀਲਡ ਦਾ ਏਰੀਆ ਹੋਏਗਾ ਉਸ ਏਰੀਆ ਦੇ ਅੰਦਰ ਉਸ ਸਪੇਸ ਦੇ ਅੰਦਰ ਜੇ ਮੈਂ ਕਿਸੇ ਦੂਸਰੇ ਪਾਰਟੀਕਲ ਨੂੰ ਲੈ ਕੇ ਆਵਾਂ ਉਹਦੇ ਲਈ ਮੈਨੂੰ ਜਿੰਨਾ ਵਰਕ ਕਰਨਾ ਪਏਗਾ ਉਹਨੂੰ ਅਸੀਂ ਨਾਮ ਦਿੰਨੇ ਉਹ ਗ੍ਰੈਵਿਟੇਸ਼ਨ ਪੋਟੈਂਸ਼ੀਅਲ ਗੱਲ ਸਮਝਿਆ ਧਿਆਨ ਨਾਲ ਜੇ ਮੇਰੇ ਕੋਲ ਆ ਐਸਐਚ ਤੇ ਇੱਕ ਪੁਆਇੰਟ ਦੇ ਉੱਤੇ ਕੋਈ ਮਾਸ ਪਿਆ m ठीक है और आ ਇਹਦਾ ਪੂਰੇ ਦਾ ਪੂਰਾ ਗ੍ਰੈਵਿਟੇਸ਼ਨਲ ਫੀਲਡ ਆ ਮਤਲਬ ਇੱਥੇ ਤੱਕ ਕਿਸੇ ਵੀ ਬਾਡੀ ਨੂੰ ਇਹ ਬਾਡੀ ਅਟਰੈਕਟ ਕਰਦੀ ਆ ਤੇ ਜੇ ਮੈਂ ਇੱਕ ਬਾਡੀ ਨੂੰ ਇਨਫਿਨਿਟੀ ਤੋਂ ਇਸ ਏਰੀਆ ਦੇ ਅੰਦਰ ਕਿਸੇ ਪੁਆਇੰਟ ਤੇ ਲੈ ਕੇ ਆਣਾ ਤੇ ਇਸ ਬਾਡੀ ਨੇ ਉਸ ਬਾਡੀ ਨੂੰ ਆਪਣੇ ਨਾਲ ਅਟਰੈਕਟ ਕਰਨਾ ਇਹਦਾ ਮਤਲਬ ਇਸ ਬਾਡੀ ਨੇ ਆਪਣੀ ਫੋਰਸ ਆਫ ਅਟਰੈਕਸ਼ਨ ਲਗਾ ਕੇ ਉਸ ਬਾਡੀ ਨੂੰ ਠੀਕ ਹੈ ਜੀ ਇਸ ਰੀਜਨ ਦੇ ਅੰਦਰ ਮੂਵ ਕਰਾਣਾ ਤੇ ਫਿਰ ਜਦੋਂ ਇਸ ਬਾਡੀ ਨੇ ਉਸ ਬਾਡੀ ਨੂੰ ਆਪਣੇ ਵੱਲ ਅਟਰੈਕਟ ਕਰਨਾ ਇਹਨੂੰ ਅਸੀਂ ਕਹਿੰਦੇ ਸੋਰਸ ਮਾਸ ਆ ਜਿਹੜੇ ਮਾਸ ਨੂੰ ਇਹ ਖਿੱਚਦੀ ਪਈ ਆ ਉਹਨੂੰ ਅਸੀਂ ਕਹਿੰਦੇ ਜੀ ਉਹ ਟੈਸਟ ਮਾਸ ਆ ਠੀਕ ਹੈ ਤੇ ਜੇ ਟੈਸਟ ਮਾਸ ਦਾ ਸਿੰਬਲ m0 ਆ ਜੇ ਇਹਦੀ ਵੈਲਿਊ ਕੋਸ਼ਿਸ਼ ਚ ਕੋਈ ਨਹੀਂ ਦੱਸੀ ਹੋਈ ਤੇ ਇਹ 1 ਯੂਨਿਟ ਮਾਸ ਆ ਯਾਨੀ m0 ਦੀ ਵੈਲਿਊ ਅਸੀਂ 1 ਯੂਨਿਟ ਰੱਖ ਕੇ ਚੱਲਾਂਗੇ ਠੀਕ ਹੈ ਤੇ ਜਦੋਂ ਇਸ ਸਿਸਟਮ ਦੇ ਅੰਦਰ ਮੈਂ ਇਨਫਿਨਿਟੀ ਤੋਂ ਇਸ ਪੁਆਇੰਟ ਕਿਸੇ a ਦੇ ਉੱਤੇ ਮਾਸ ਨੂੰ ਲੈ ਕੇ ਆਣਾ ਤੇ ਇਹਨੂੰ ਇਸ ਪੁਆਇੰਟ ਤੱਕ ਲੈ ਕੇ ਆਉਣ ਲਈ ਜਿਹੜਾ ਮੈਨੂੰ ਵਰਕ ਕਰਨਾ ਪਏਗਾ ਉਸ ਵਰਕ ਦਾ ਨਾਮ ਅਸੀਂ ਪੋਟੈਂਸ਼ੀਅਲ ਰੱਖਿਆ ਸੀ ਮੈਥਮੈਟਿਕਲੀ ਇਹਨੂੰ ਕਿਹਾ ਸੀ ਪੋਟੈਂਸ਼ੀਅਲ ਇਕੁਅਲ ਟੂ ਵਰਕ ਬਾਈ ਮਾਸ ਠੀਕ ਹੈ ਔਰ ਇਹਦੇ ਅੰਦਰ ਅਸੀਂ ਨਾਲ ਕੰਡੀਸ਼ਨ ਇਹ ਦੇ ਰਹੇ ਕਿ ਜਿਹੜੀ ਫੋਰਸ ਸੋਰਸ ਮਾਸ ਨੇ ਇਹਨੂੰ ਆਪਣੇ ਵੱਲ ਖਿੱਚਣ ਲਈ ਲਗਾਣੀ ਹੈ ਨਾ ਉਹਨੇ ਇੰਨੀ ਸਮਾਲ ਬਾਡੀ ਦੀ ਡਿਸਪਲੇਸਮੈਂਟ ਕਰਾਈ ਆ ਕਿ ਬਾਡੀ ਦੇ ਅੰਦਰ ਅਸੀਂ ਮੰਨਦੇ ਕੋਈ ਐਕਸਲਰੇਸ਼ਨ ਨਹੀਂ ਆਈ ਤੇ ਜੇ ਮੈਂ ਵਿਦਆਊਟ ਐਕਸਲਰੇਸ਼ਨ ਬਾਡੀ ਨੂੰ ਸਿਸਟਮ ਦੇ ਅੰਦਰ ਇੰਟਰੋਡਿਊਸ ਕਰਦਾ ਪਿਆ ਤੇ ਇਟ ਮੀਨਸ ਉਸ ਮੂਵਮੈਂਟ ਤੇ ਮੈਂ ਬਾਡੀ ਦੇ ਉੱਤੇ ਮਿਨੀਮਮ ਵਰਕ ਪਰਫਾਰਮ ਕਰਾਂਗਾ ਤੇ ਉਸ ਮਿਨੀਮਮ ਅਮਾਉਂਟ ਆਫ ਵਰਕ ਡਨ ਨੂੰ ਇਟ ਮਿਨੀਮਮ ਅਮਾਉਂਟ ਆਫ ਵਰਕ ਡਨ ਇਨ ਬ੍ਰਿੰਗਿੰਗ ਅ ਬਾਡੀ ਆਫ ਯੂਨਿਟ ਮਾਸ from infinity to the given point within the gravitational field of the source mass ठीक है without producing any acceleration is called as the gravitation potential क्या definition समझ लगी सारे नु Yes, sir. Yes, sir. डेफिनेशन ਨੂੰ बेस बना के आप ਇਹਦੀ डेरिवेशन ਕਰਨ ਲੱਗੇ ਬੇਟਾ ਉਹ ਕਹਿੰਦਾ ਜਿਹਦਾ ਫਾਰਮੂਲਾ ਕੀ ਡਰਾਈਵ ਹੋਏਗਾ ਗ੍ਰੈਵਿਟੇਸ਼ਨ ਪੋਟੈਂਸ਼ੀਅਲ ਕਿਹੜੇ ਵੇਰੀਏਬਲ ਤੇ ਡਿਪੈਂਡੈਂਟ ਆ ਉਹਦੇ ਲਈ ਆਪਾਂ ਐਸਐਚ ਤੋਂ ਆ ਕੰਡੀਸ਼ਨ ਬਣਾ ਰਹੇ ਕਿ ਲੈਟ ਮੀ ਸੇ ਕਿ ਇਸ ਪੋਜੀਸ਼ਨ O ਦੇ ਉੱਤੇ ਮੇਰੇ ਕੋਲ ਇੱਕ ਬਾਡੀ ਵਿੱਚ ਜਿਹਦਾ ਮਾਸ ਮੇਰੇ ਕੋਲ m ਹੈਗਾ ਆਪਾਂ ਇਹਨੂੰ ਕੈਪੀਟਲ M ਮੰਨ ਲੈਂਦੇ ਇਹ ਵੀ ਸੋਰਸ ਮਾਸ ਆ ਠੀਕ ਹੈ ਔਰ ਤੁਸੀਂ ਐਸਐਚ ਇਸ ਮੂਵਮੈਂਟ ਤੇ ਇੱਕ ਪਾਰਟੀਕਲ ਜਾਂ ਇੱਕ ਬਾਡੀ ਨੂੰ ਤੁਸੀਂ ਇਨਫਿਨਿਟੀ ਤੋਂ ਲੈ ਕੇ ਆਣਾ ਯਾਨੀ ਆ ਮੇਰਾ ਇਨਫਿਨਿਟੀ ਦਾ ਪੁਆਇੰਟ ਆ मतलब इस सोर्स मास तो आ पोजीशन ਜਿਹੜੀ ਇਨਫਾਈਨਾਈਟ ਡਿਸਟੈਂਸ ਦੇ ਉੱਤੇ ਤੇ ਜਦੋਂ ਬਾਡੀ ਨੂੰ ਮੈਂ ਐਸਐਚ ਇਨਫਿਨਿਟੀ ਤੋਂ ਆ ਗਿਵਨ ਪੁਆਇੰਟ P ਤੇ ਲੈ ਕੇ ਆਣਾ ਪਰ ਇਹ P ਪੁਆਇੰਟ ਮੇਰੇ ਸੋਰਸ ਮਾਸ ਦੇ ਗ੍ਰੈਵਿਟੇਸ਼ਨਲ ਫੀਲਡ ਦੇ ਅੰਦਰ ਹੋਏਗਾ ਠੀਕ ਹੈ ਔਰ P ਪੁਆਇੰਟ ਇਸ ਸੋਰਸ ਮਾਸ ਤੋਂ r ਡਿਸਟੈਂਸ ਤੇ ਹੈ ਯਾਨੀ ਤੁਸੀਂ ਬਾਡੀ ਜਿਹੜੀ ਆ ਉਹ ਸੋਰਸ ਮਾਸ ਤੋਂ r ਡਿਸਟੈਂਸ ਤੇ ਲੈ ਕੇ ਆਣੀ ਆ ਔਰ ਲੈ ਕੇ ਕਿੱਥੋਂ ਆਣੀ ਇਨਫਿਨਿਟੀ ਤੋਂ ਤੇ ਜਦੋਂ ਅਸੀਂ ਇਨਫਿਨਿਟੀ ਤੋਂ ਬਾਡੀ ਫਾਈਨਲ P ਪੁਆਇੰਟ ਤੱਕ ਪਹੁੰਚਾਣੀ ਆਪਾਂ ਵਿਦਿਨ ਦਾ ਡਿਸਟੈਂਸ ਆਪਾਂ ਦੋ ਪੁਆਇੰਟ ਕੰਸੀਡਰ ਕਰਨ ਲੱਗੇ A ਤੇ B ਠੀਕ ਹੈ ਜੀ ਲੈਟ ਮੀ ਸੇ ਕਿ at this instant the body is at point A body ਤੁਹਾਡੀ A ਪੁਆਇੰਟ ਤੇ ਆ ਔਰ A ਪੁਆਇੰਟ ਇਸ ਵੇਲੇ ਜਿਹੜਾ ਵਾ A ਪੁਆਇੰਟ ਇਸ ਮੂਵਮੈਂਟ ਤੇ ਇਸ ਸੋਰਸ ਮਾਸ ਤੋਂ x ਡਿਸਟੈਂਸ ਤੇ ਤੇ ਜਦੋਂ ਮੇਰੀ ਬਾਡੀ ਇਸ ਵੇਲੇ ਸੋਰਸ ਮਾਸ ਤੋਂ x ਡਿਸਟੈਂਸ ਤੇ ਇੱਥੇ ਪਈ ਆ ਜਿਹੜੀ ਟੈਸਟ ਮਾਸ ਇਸ ਪੁਆਇੰਟ ਤੇ ਪਿਆ ਔਰ ਟੈਸਟ ਮਾਸ ਦੀ ਵੈਲਿਊ ਨੂੰ ਅਸੀਂ m0 ਸਿੰਬਲ ਦਿੰਦੇ ਪਏ
ठीक है जे m0 मास की बॉडी इस ਵੇਲੇ ਇੱਥੇ ਪਈ ਆ ਪਰ m0 ਮਾਸ ਦੀ ਜਿਹੜੀ ਬॉडी ਇਹਦੀ ਵੈਲਿਊ ਅਸੀਂ 1 ਯੂਨਿਟ ਮੰਨਦੇ ਨੇ m0 ਟੈਸਟ ਮਾਸ ਦਾ ਸਿੰਬਲ ਆ ਜਿਹਦੀ ਵੈਲਿਊ ਇਸ ਵੇਲੇ ਅਸੀਂ 1 ਯੂਨਿਟ ਡਿਫਾਈਨ ਕੀਤੀ ਕਿਉਂਕਿ ਪੋਟੈਂਸ਼ੀਅਲ ਦੀ ਡੈਫੀਨੇਸ਼ਨ ਚ ਵਰਡ ਅਸੀਂ ਇਹ ਬੋਲਦੇ ਪਏ ਅਮਾਉਂਟ ਆਫ ਵਰਕ ਡਨ in bringing a body of a unit mass ठीक है ਇਹਦਾ ਮਤਲਬ ਬॉडी ਜਿਹੜੀ ਇਨਫਿਨਿਟੀ ਤੋਂ ਲੈ ਕੇ ਆ ਰਿਹਾ ਉਹ ਯੂਨਿਟ ਮਾਸ ਦੀ ਹੈ ਇਸ ਲਈ m0 ਦੀ ਵੈਲਿਊ 1 ਯੂਨਿਟ ਰੱਖ ਕੇ ਚੱਲਾਂਗੇ ठीक है ਹੁਣ ਆ B ਪੁਆਇੰਟ ਤੱਕ A ਪੁਆਇੰਟ ਤੋਂ B ਪੁਆਇੰਟ ਤੱਕ ਤੁਸੀਂ ਬॉडी ਦੀ ਸਮਾਲ ਡਿਸਪਲੇਸਮੈਂਟ ਕਰਾ ਤੇ ਜੇ ਮੈਂ ਇਸ ਵੇਲੇ ਆ ਕਹਾਂ ਜੀ A ਤੋਂ B ਡਿਸਪਲੇਸਮੈਂਟ ਵਾਸਤੇ ਮੇਰੀ ਬॉडी ਦਾ ਕਿੰਨਾ ਵਰਕ ਹੋਇਆ ਉਹ ਕੈਲਕੂਲੇਟ ਕਰ ਲਓ ਮੁੜ ਕੇ ਫਿਰ ਸਮਾਲ ਡਿਸਪਲੇਸਮੈਂਟ ਲਈ ਵਰਕ ਕੱਢੀਏ फिर स्मॉल डिस्प्लेसमेंट ਦਾ ਵਰਕ ਕੱਢੀਏ ਫਿਰ ਸਮਾਲ ਡਿਸਪਲੇਸਮੈਂਟ ਦਾ ਵਰਕ ਕੱਢੀਏ ਅਲਟੀਮੇਟਲੀ ਸੀ ਜੇ ਇਹਨੂੰ ਇਦਾਂ ਕਹਿ ਦਈਏ ਕਿ ਵੀ ਤੁਸੀਂ ਐਸਾ ਸਮਾਲ ਪੋਰਸ਼ਨ ਦਾ ਵਰਕ ਕੱਢ ਕੇ ਤੇ ਜੇ ਹਰ ਵਾਰੀ ਵਰਕ ਦੀ ਵੈਲਿਊ ਉਨੀ ਆਣੀ ਆ ਤੇ ਇੱਕ ਸਮਾਲ ਪੋਰਸ਼ਨ ਦਾ ਵਰਕ ਕੈਲਕੂਲੇਟ ਕਰਕੇ then you will have to integrate all the small parts starting from infinity and ending at the point P मतलब ਅਸੀਂ स्मॉल पार्ट ਦਾ ਵਰਕ ਕਰੀਏ ਬੇਟਾ और फिर सारे स्मॉल सेगमेंट ਨੂੰ ਆਪਸ ਵਿੱਚ ਕੰਬਾਈਨ ਕਰ ਦਈਏ ਤੇ ਮੇਰਾ ਇਨਫਿਨਿਟੀ ਤੋਂ ਲੈ ਕੇ ਗੂਗਲ ਕੀ ਤੱਕ ਦਾ ਟੋਟਲ ਵਰਕ ਡਨ ਆ ਜਾਏਗਾ ਉਸ ਵਰਕ ਨੂੰ ਆਪਾਂ ਕੈਲਕੂਲੇਟ ਕਰਨਾ ਠੀਕ ਹੈ ਫਿਰ ਗੂਗਲ ਦੀ ਐਸੇ ਮੈਥਮੈਟਿਕਲ ਸ਼ੁਰੂ ਕਰਨਾ ਪੂਰੀ ਤਰ੍ਹਾਂ से ਕਰਾਂਗਾ ਉਸ ਤੋਂ ਪਹਿਲਾਂ ਇਸ ਲਾਈਨ ਡਾਇਗਰਾਮ ਦੇ ਅੰਦਰ ਕੋਈ ਡਾਊਟ ਹੈ ਤਾਂ ਇੱਕ ਵਾਰੀ ਬੋਲੋ ਇਹ ਡਾਇਗਰਾਮ ਕਲੀਅਰ ਹੈ ਬੱਚੇ Yes. Yes, sir. Yes, sir. टेबल ਜਿਹੜੇ ਆਪਾਂ ਸਾਰੇ ਯੂਜ਼ ਕਰਦੇ ਵੇ ਕਿ ਵੇਰੀਏਬਲ ਕਲੀਅਰ ਆ Yes, sir. ਚਲ ਹੁਣ ਇਹਨੂੰ ਸ਼ੁਰੂ ਕਰ ਇਹਦੇ ਵਿੱਚ ਜਿਹੜੇ ਵੇਰੀਏਬਲ ਆਨੇ ਆਪਣੇ ਤਿੰਨ ਟੌਪਿਕ ਚ ਸੇਮ ਵੇਰੀਏਬਲ ਆ ਪੋਟੈਂਸ਼ੀਅਲ એનર્ਜੀ ਤੇ ਸਟੇਬਲ ਵੈਲੋਸਿਟੀ ਇਸ ਲਈ ਇੱਕ ਦੇ ਵਿੱਚ ਵੇਰੀਏਬਲ ਦੀ ਤੇ ਸਾਰੇ ਟੌਪਿਕ ਦੀ ਸਮਝ ਆਣੀ ਬਹੁਤ ਜ਼ਰੂਰੀ ਹੈ ਠੀਕ ਹੈ ਹੁਣ ਇਹ ਤੋਂ ਸ਼ੁਰੂ ਕਰਿਆ ਲੈਟ dw be the let dw be the amount of work done or dw work करने के लिए in displacing the body या in moving the body through a small displacement कोशिश करा करो जब टेस्ट भी करते हो ते विच जेडी दो चार लाइनां च थ्योरी जरूर लिखो V equal to R omega वाले रिलेशन च से दो चार को अलावा बाकी का थ्योरी नहीं लिखी सिर्फ मैथमेटिकल फॉर्मूला में ये विच वेरिएबल्स जरूर डिफाइन करया करो ये जरूरी होता है बेटा थ्रू ए स्मॉल डिस्प्लेसमेंट dx is given by ठीक है dw वर्क सर वर्क डन तो बाद की लिखिया दोबारा बोलो सेकंड लाइन ਵਿੱਚ वर्क डन तो बाद की लिखिया आप ये लिखे बोलते वर्क डन इन मूविंग द बॉडी थ्रू ए स्मॉल डिस्प्लेसमेंट dx ਤੁਸੀਂ ਬॉडी ਦੀ a ਤੋਂ b ਤੱਕ ਸਮਾਲ ਡਿਸਪਲੇਸਮੈਂਟ ਕਰਾਣੀ ਆ ਔਰ ਜਿਹੜੀ ਫੋਰਸ ਲਗਾਈ ਇਹਨੇ ਇਸ ਮਾਸ ਟੈਸਟ ਸੋਰਸ ਮਾਸ ਨੇ ਉਸ ਫੋਰਸ ਨੂੰ ਅਸੀਂ f ਡਿਫਾਈਨ ਕਰ ਦਿੰਨੇ f ਫੋਰਸ ਲਗਾ ਕੇ dx ਡਿਸਪਲੇਸਮੈਂਟ ਕਰਾਵੋ ਤੇ v ਨੂੰ ਵਰਕ ਡਨ ਫੋਰਸ ਇਨਟੂ ਡਿਸਪਲੇਸਮੈਂਟ ਨੂੰ ਕਹਿੰਦੇ ਆ ਇਸ ਲਈ f ਫੋਰਸ ਨਾਲ ਜਿਹੜੀ ਸਮਾਲ ਡਿਸਪਲੇਸਮੈਂਟ ਹੋਈ ਆ ਆਪਾਂ ਇਹਦਾ ਵਰਕ ਕੈਲਕੂਲੇਟ ਕਰਾਂਗੇ और उस स्मॉल डिस्प्लेसमेंट दे वर्क नु सी dw कहने पे देयरफॉर मैथमेटिकली कमा ते आ चीज होएगी dw इक्वल टू f वेक्टर डॉट dx वेक्टर की गल समझ आई यस और इस मोमेंट ते जेडी फोर्स आ ते जेडी डिस्प्लेसमेंट है ना बोथ लाइज इन सेम डायरेक्शन जे दोनों चीजें सेम डायरेक्शन च ते इथे आ जाएगा f dx cos 0 डिग्री डॉट जदों हटाई दिया ਜਦੋਂ ਵੀ ਡਾਟ ਹਟਾਵਾਂਗੇ ਆਪਾਂ ਪੜਿਆ ਵਾ a ਵੈਕਟਰ ਡਾਟ b ਵੈਕਟਰ ਹੋਏ ਤੇ that can be written equal to ab cos theta ਇਸ ਲਈ f ਵੈਕਟਰ ਡਾਟ dx ਹੋਏ ਤੇ we can write f dx cos theta ਤੇ theta between f and dx ਆ f ਤੇ dx both lies in same direction करके एंगल cos 0 आएगा गल समझ लगी Yes, sir. Yes, sir. Sir, हां जी बच्चे sir, ਇੱਥੇ ਡਾਟ ਦਾ मीनिंग ਕੀ ਹੈ? ਉਹ ਤੇ ਵਰਕ ਡਨ ਅਸੀਂ ਜਦੋਂ ਲਿਖਦੇ ਡਾਟ ਪ੍ਰੋਡਕਟ ਦੀ ਫਾਰਮ ਚ ਆਉਂਦੀ ਬੇਟਾ ਵਰਕ ਡਨ ਫੋਰਸ ਤੇ ਡਿਸਪਲੇਸਮੈਂਟ ਦੀ ਡਾਟ ਪ੍ਰੋਡਕਟ ਦੇ ਬਰਾਬਰ ਹੁੰਦਾ ਠੀਕ ਹੈ ਤੇ ਅਸੀਂ ਵਰਕ ਡਨ ਦੀ ਸਟੈਂਡਰਡ ਡੈਫੀਨੇਸ਼ਨ ਜਿਹੜੀ ਲਿਖੀ ਹੈ ਅਸੀਂ ਆਈ ਕਹਿੰਦੇ ਵਰਕ ਡਨ ਇਕੁਅਲ ਟੂ f ਵੈਕਟਰ ਡਾਟ s ਵੈਕਟਰ Yes, sir.
ਤੇ ਆਪਾਂ ਇਸ ਮੂਵਮੈਂਟ ਤੇ ਡਿਸਪਲੇਸਮੈਂਟ ਆਪਾਂ dx ਨਾਲ ਡਿਫਾਈਨ ਕੀਤੀ, ਫੋਰਸ ਜਿਹੜੀ ਅਪਲਾਈ ਕੀਤੀ ਉਹ f ਵੈਕਟਰ ਆ, ਇਸ ਲਈ f ਵੈਕਟਰ ਡਾਟ dx ਵੈਕਟਰ ਮੇਰਾ ਸਮਾਲ ਵਰਕ ਆ ਜਾਏਗਾ। Yes, sir. ਤੇ ਜੇ ਮੈਂ ਡਾਟ ਪ੍ਰੋਡਕਟ ਦੇ ਸਾਈਨ ਨੂੰ ਹਟਾਣਾ, ਮਤਲਬ ਇਹਦੀ ਵੈਕਟਰ ਫਾਰਮ ਖਤਮ ਕਰਕੇ ਇਹਨੂੰ ਐਸ ਸੱਚ ਕਹਿੰਦਾ ਜੀ ਸਿੰਪਲ ਮੈਗਨੀਟਿਊਡ ਦੀ ਫਾਰਮ ਚ ਲਿਖਣਾ, ਤੇ ਆਪਾਂ ਆਹ ਪ੍ਰੋਪਰਟੀ ਪੜ੍ਹੀ ਆ ਕਿ ਜੇ a ਵੈਕਟਰ ਡਾਟ b ਵੈਕਟਰ ਹੋਏ, ਅਸੀਂ ਇਹਨੂੰ ਐਕਸਪੈਂਡ ਕਰਕੇ ਲਿਖਣਾ ਹੋਵੇ ਤੇ ਡਾਟ ਜਿਹੜੀ ਆ ਉਹ cos ਥੀਟਾ ਦੀ ਫਾਰਮ ਚ ਕਹਿੰਦਾ ਜੀ ਖਤਮ ਹੁੰਦੀ, where theta is the angle between a and b, ਤੇ ਆਪਣਾ ਥੀਟਾ ਐਂਗਲ ਜਿਹੜਾ between f and dx ਆ, ਤੇ ਆਪਣੀ ਇਸ ਫਿਗਰ ਦੇ ਅਕੋਰਡਿੰਗਲੀ f ਤੇ dx both lies in same direction, ਤੇ ਸੇਮ ਡਾਇਰੈਕਸ਼ਨ ਕਰਕੇ ਇਹਨਾਂ ਦਾ ਐਂਗਲ 0 ਡਿਗਰੀ ਹੋ। Yes, sir. Yes, Yeah. sir. सिर्फ एक सेकंड रुकिए बेटा, बोली ना क्लियर है बेटा जो पूछा सी। हाँ जी sir. ਹੁਣ ਜੇ ਇਸ ਟਰਮ ਨੂੰ ਕੰਟੀਨਿਊ ਕਰੀਏ ਤੇ ਆਪਣੇ ਕੋਲ dw ਦੀ ਵੈਲਿਊ ਆ ਜਾਏਗੀ f dx, ਕਿਉਂਕਿ cos 0 ਆਪਣਾ 1 ਆ ਜਾਣਾ, ਤੇ ਜੇ ਇੱਥੇ f ਦੀ ਵੈਲਿਊ ਪੁੱਟ ਅਪ ਕਰੀਏ, f is the force of attraction between the source mass and the test mass, ਤੇ ਇਸ ਵੇਲੇ ਸੋਰਸ ਤੇ ਟੈਸਟ ਮਾਸ ਦੇ ਵਿੱਚ ਦਾ ਡਿਸਟੈਂਸ ਜਿਹੜਾ ਸਾਡੇ ਕੋਲ x ਹੈਗਾ, ਜਦੋਂ ਅਸੀਂ ਬਾਡੀ ਦੀ ਡਿਸਪਲੇਸਮੈਂਟ dx ਕਰਾਈ ਹੈ, ਇਸ ਲਈ ਇੱਥੇ f ਦੀ ਵੈਲਿਊ ਜੇ ਮੈਂ ਪੁੱਟ ਅਪ ਕਰਨੀ ਆ ਤੇ f ਦੀ ਥਾਂ ਤੇ ਆ ਜਾਏਗਾ m0 टेस्ट मास आ, m मेरा सोर्स मास आ ओवर x स्क्वायर इनटू dx। क्या आ इक्वेशन समझ आई? Yes, sir. Yes, sir. ऐसा जो मेरे को डिस्प्लेसमेंट वास्ते dw वर्क आ गया, ਤੇ ਜੇ ਇਦਾਂ ਦੀਆਂ ਸਾਰੀਆਂ ਸਮਾਲ ਡਿਸਪਲੇਸਮੈਂਟ ਅਸੀਂ ਕੰਬਾਈਨ ਕਰਨੀਆਂ ਤਾਂ ਆਪਾਂ ਕਿਦਾਂ ਲਿਖ ਦਿੰਨੇ, ਟੂ ਕੈਲਕੂਲੇਟ ਟੋਟਲ ਵਰਕ ਡਨ in displacing the body from infinity to p, है ना। अब बॉडी इनिशियली इनफिनिटी तो मूव करनी है, क्योंकि वर्क डन दी डेफिनेशन पोटेंशियल दी डेफिनेशन च ਅਸੀਂ वर्ड बोले अमाउंट ऑफ वर्क डन in bringing a body from infinity to the given point, इसलिए infinity to the given point मेरा p आ गया, ठीक है। ਇਹਦੇ ਲਈ ਅਸੀਂ ਫਿਰ क्या करेंगे, integrate equation 1 with the limits, equation 1 ਨੂੰ इंटीग्रेट कर दियो, ठीक है जी, लिमिट लगा के इधर ਆਪਾਂ ਜੇ ਇਹਨੂੰ ਲਿਖੀਏ ਤੇ ਇਹਦਾ ਮਤਲਬ इंटीग्रेशन ऑफ dw करना, और इधर इंटीग्रेशन ਆਪਾਂ m0 over x square into dx ਦੀ करनी, क्लियर है? Yes, sir. ਹੁਣ ਆਪਾਂ Yes, sir. इंटीग्रेशन ਜਿਹੜੀ ਆ ਇਹਦੀ ਲਿਮਿਟ ਕੀ ਹੈ, ਆਪਾਂ ਸਟਾਰਟਿੰਗ ਪੁਆਇੰਟ इनफिनिटी से करने की x इनफिनिटी तो शुरू हुआ, और फाइनली x की वैल्यू ਜਿਹੜੀ p पॉइंट तक बॉडी ने आना, ਤੇ ਜਿਹਦਾ x की वैल्यू r तक ਮੇਰੇ ਕੋਲ ਰਿਜ਼ਲਟ ਆਏਗਾ, ਯਾਨੀ ਅਪਰ ਲਿਮਿਟ ਦੀ x r ਆ ਜਾਏਗੀ, ਲੋਅਰ ਲਿਮਿਟ ਦੀ x ਇਨਫਿਨਿਟੀ। ਜਦੋਂ ਬॉडी ਇਨਫਿਨਿਟੀ ਤੇ ਪਈ ਆ ਤਾਂ ਅਸੀਂ ਸੋਰਸ ਮਾਸ ਦੀ ਉਸ ਵੇਲੇ ਟੈਸਟ ਮਾਸ ਤੇ ਕੋਈ ਫੋਰਸ ਨਹੀਂ ਗਿਣਦੇ। ਆਪਾਂ ਕੱਲ ਵੀ ਗੱਲ ਕੀ ਸੀਗੀ, ਇਨਫਿਨਿਟੀ ਤੇ ਦੋ ਆਬਜੈਕਟ ਦੇ ਵਿਚਲੀ ਫੋਰਸ 0 ਹੁੰਦੀ ਆ, ਤੇ ਇਸ ਲਈ ਜੇ ਦੋ ਆਬਜੈਕਟ ਚ ਫੋਰਸ ਆਫ ਅਟਰੈਕਸ਼ਨ 0 ਆ, ਤੇ ਇਸ ਲਈ ਜੇ f ਹੀ 0 ਹੋ ਗਿਆ ਤੇ ਵਰਕ ਡਨ ਵੀ 0 ਆ। ਉਹ ਤੇ ਦੱਸਣਾ ਕੀ ਚਾਹ ਰਹੇ ਆ, ਗੱਲ ਸਮਝੇ ਧਿਆਨ ਨਾਲ। ਆਪਾਂ ਲਿਮਿਟਸ ਕਿਦਾਂ ਲਗਾਈ ਦੀਆਂ, ਜਦੋਂ ਬਾਡੀ ਇਨਫਿਨਿਟੀ ਤੇ ਆ ਤੇ ਇਹਦਾ ਮਤਲਬ ਉਦੋਂ ਵਰਕ ਦੀ ਵੈਲਿਊ 0 ਆ, ਜਦੋਂ ਮੇਰੀ ਬਾਡੀ ਫਾਈਨਲੀ r ਪੁਆਇੰਟ ਤੱਕ ਆ ਗਈ ਜਿੱਥੇ ਤੱਕ ਅਸੀਂ ਲੈ ਕੇ ਆਣੀ ਸੀ, ਇਹਦਾ ਮਤਲਬ ਅਸੀਂ ਜਿੰਨਾ ਵਰਕ ਕਰਨਾ ਸੀ ਉਹ ਮੇਰਾ w ਦੇ ਇਕੁਅਲ ਆ ਗਿਆ। क्या लिमिट समय लगी कितना लगाई ਆਪਾਂ? Yes, Sir, sir. W is Yes, equals to sir. 0. ताकि लिमिट Sir. वर्क ਦੀ ਦੇਣੀ, ਜਦੋਂ ਬॉडी ਇਨਫਿਨਿਟੀ ਤੇ ਪਈ ਆ ਕੋਈ ਵਰਕ ਨਹੀਂ ਕੀਤਾ, ਕੋਈ ਵਰਕ ਆ, ਜਦੋਂ ਬॉडी r ਪੁਆਇੰਟ ਤੱਕ ਆ ਗਈ ਅਸੀਂ ਕਹਿੰਦੇ ਵਰਕ ਦੀ ਵੈਲਿਊ w ਬਣ ਗਈ, ਇਸ ਲਈ ਇਹਦਾ ਮਤਲਬ w ਦੀ ਫਾਈਨਲ ਵੈਲਿਊ ਮੇਰੇ ਕੋਲ ਜਿਹੜੀ ਉਹ ਸੀ ਕਹਿੰਦੇ ਕੈਪੀਟਲ w ਆ ਜਾਊ। ਸਿੰਬਲ ਆ, ਸਿੰਬਲ w1 w2 ਕਰਕੇ ਦੇ ਦਿਓ, 0 to w ਦੇ ਦਿਓ, ਜਿਹੜੇ ਮਰਜ਼ੀ ਵੇ ਨਾਲ ਡਿਫਾਈਨ ਕਰ ਸਕਦੇ ਹੋ। क्लियर है जी? Yes, sir. ਇੱਥੇ ਇੰਟੀਗ੍ਰੇਸ਼ਨ ਜੇ ਲਈਏ ਤੇ ਐਸਐਚ ਇੱਥੇ 1 ਦੀ ਇੰਟੀਗ੍ਰੇਸ਼ਨ ਆ, ਔਰ ਦੱਸਿਆ ਹੋਇਆ ਜੇ ਕੱਲਾ dx ਹੋਵੇ ਤੇ ਇੰਟੀਗ੍ਰੇਸ਼ਨ x ਰਹਿ ਜਾਂਦੀ, ਕੱਲਾ dw ਹੋਵੇ ਤੇ ਇੰਟੀਗ੍ਰੇਸ਼ਨ ਹੈ ਜੀ w, ਔਰ ਇਹਦੀ ਲਿਮਿਟ ਹੈਗੀ ਤੁਹਾਡੇ ਕੋਲ 0 to w, ਯਾਨੀ w - 0 ਵੈਲਿਊ ਪੁੱਟ ਕਰਕੇ ਐਸਐਚ ਆ ਸਹੀ w ਬਣ ਗਈ। ਇਹਦੇ ਚੋਂ g ਵੀ ਕਾਂਸਟੈਂਟ ਆ, m ਵੀ ਕਾਂਸਟੈਂਟ ਆ, m0 ਵੀ ਕਾਂਸਟੈਂਟ ਆ,
ਆ ਤਿੰਨੇ ਟਰਮ ਮੇਰੇ ਕੋਲ ਜਿਹੜੀਆਂ ਇੰਟੀਗ੍ਰੇਸ਼ਨ ਚੋਂ ਬਾਹਰ ਆ ਜੂ ਇੰਟੀਗ੍ਰੇਸ਼ਨ ਚ ਰਹਿ ਗਿਆ 1/x² into dx ਕਲੀਅਰ ਹੈ ਜੀ yes ਲਿਮਿਟ ਹੈ ਜੀ ਇਨਫਿਨਿਟੀ ਟੂ r ਆ ਉਹ ਤੇ ਆ ਚੀਜ਼ ਇੱਕ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਬਾਰ-ਬਾਰ ਕਹਿ ਰਿਹਾ ਸਮਝਿਓ ਤਿੰਨ ਟੌਪਿਕ 'ਚ ਇਹ ਸੇਮ ਚੀਜ਼ ਰਿਪੀਟ ਹੋਣੀ ਆ ਆਪਣੀ ਕੀ ਆ ਸਟੈਪ ਕਲੀਅਰ ਆ Yes, sir. Yes, sir. yes sir ਕਰੀਏ Yes, sir. इसके अंदर क्या करने लगे x² नीचे इनो डिनोमिनेटर तो ऊपर ले जाना न्यूमरेटर च ते अपनी टर्म देखो की बन जू और इधरली साइड सॉल्व करके w - 0 w ही रह जाना इसलिए आ साइड पर ही w रहेगी इधरों g m m0 इधर लिख दियो इनो ऐसा च इंटीग्रेशन लिखने वास्ते इनो x पावर -2 into dx लिख लिया अजे इंटीग्रेशन नहीं कीती सिर्फ टर्म नु रीअरेंज ही करते पे हैं क्या समय लग गया Yes, sir. ਹੁਣ ਇੱਥੇ ਇੰਟੀਗ੍ਰੇਸ਼ਨ ਦਾ ਪਾਵਰ ਰੂਲ ਆਵੋ ਤੇ ਪਾਵਰ ਰੂਲ ਇੰਟੀਗ੍ਰੇਸ਼ਨ ਦਾ ਇਹ ਸੀਗਾ ਜਿੰਨੀ ਪਾਵਰ ਹੋਵੇ ਉਹ ਚ 1 ਪਲੱਸ ਕਰ ਦਿਓ ਤੇ ਨਵੀਂ ਜਿੰਨੀ ਪਾਵਰ ਬਣੇ ਉਹਨੇ ਨਾ Divide कर divide ਡਿਵਾਈਡ ਇਹਦਾ ਮਤਲਬ ਆਪਣੇ ਕੋਲ ਜੇ ਤੋਂ ਵਰਕ ਕੱਢੀਏ ਤੇ ਵਰਕ ਦੀ ਵੈਲਿਊ ਆ ਗਈ gmm0 into x power -2 plus 1 over -2 plus 1 limit infinity to r क्या स्टेप क्लियर yes Yes, sir. -2 plus 1 -1 बन जाना माइनस बाहर काट लो x पावर -1 आ गया ये अपना स्टेप की बन गया w equal to -gmm0 माइनस इक्वल लेती -2 plus 1 जो -gmm0 into x पावर -1 और लिमिट है दी इनफिनिटी टू r ਤੇ x ਪਾਵਰ -1 ਨੂੰ ਰੀਅਰੇਂਜ ਕਰੋ ਤੈਨੂੰ ਆਪਾਂ 1/x ਡਿਫਾਈਨ ਕਰ ਦਈਏ ਤੇ ਵਰਕ ਆ ਜਾਏਗਾ -gmm0 into 1/x ਲਿਮਿਟ ਇਜ਼ ਇਨਫਿਨਿਟੀ ਟੂ r ਇੱਕ ਵਾਰੀ x ਦੀ ਥਾਂ ਤੇ ਅਪਰ ਲਿਮਿਟ r ਪੁੱਟ ਅਪ ਕਰ ਦਿਓ ਹੁਣ ਇੱਕ ਵਾਰੀ ਮਾਈਨਸ ਕਰਕੇ ਲੋਅਰ ਲਿਮਿਟ ਇਨਫਿਨਿਟੀ ਯਾਨੀ ਟਰਮ ਬਣ ਜਾਏਗੀ w equal to -gmm0 into 1/r minus 1/infinity ਤੇ 1/infinity ਵਾਲੀ ਟਰਮ ਮੇਰੀ 0 ਹੋ ਜਾਣੀ 1/infinity ਵਾਲੀ ਟਰਮ 0 ਆ ਜਾਣੀ ਤੇ ਵਰਕ ਦੀ ਵੈਲਿਊ ਆ ਗਈ -gmm0 over r क्या इन स्टेप क्लियर Yes, sir. Yes, sir. Yes, sir. yes sir अपनी डेरिवेशन मेन कंप्लीट आ हुन सिर्फ ਆਪਾਂ पोटेंशियल ਦੀ डेफिनेशन ਤੇ ਚੱਲਣ ਲੱਗੇ we know that ਆਪਾਂ पोटेंशियल डिफाइन ਕੀਤਾ ਸੀ वर्क बाय मास ਨੂੰ वर्क बाय टेस्ट मास ਨੂੰ ਤੇ ਆਪਣਾ ਇਸ ਮੂਮੈਂਟ ਤੇ ਜਿੰਨਾ ਵਰਕ ਆਇਆ ਜਿਹਨੂੰ m0 ਨਾਲ ਮੈਂ ਡਿਵਾਈਡ ਕਰਾਂ ਤੇ ਆ m0 ਕੱਟਿਆ ਜਾਣਾ ਇਹ ਮਤਲਬ ਆਪਣੀ ਟਰਮ ਕੀ ਬਣਨੀ ਆ -gmm0 over r over m0 ਤੇ ਆ m0 ਕੈਨਸਲ ਹੋ ਜਾਣਾ ਤੇ देयरफॉर ਆਪਣੇ ਕੋਲ पोटेंशियल ਦਾ फार्मूला आ जाना -gm/r क्या आ रिलेशन समझ आया Yes, sir. yes sir Yes, sir. हाँ जी Sir, फिर gravitational potential ਤਾਂ individual mass ਤੇ depend ਹੀ ਨਹੀਂ ਕਰੂਗਾ हाँ जी gravitational potential ਸਰ ਕਿਸੇ ਆਬਜੈਕਟ ਦੇ ਮਾਸ ਤੇ ਤਾਂ ਡਿਪੈਂਡ ਹੀ ਨਹੀਂ ਕਰੂਗਾ ਸਿਰਫ ਬਿਲਕੁਲ। ਅਰਥ ਦੇ ਮਾਸ ਤੇ ਡਿਪੈਂਡ ਕਰੂਗਾ ਆਪਾਂ ਇਕੱਲੇ ਅਰਥ ਲਈ ਨਹੀਂ ਕਹਿ ਰਹੇ ਬੱਚੇ ਸੋਰਸ ਮਾਸ ਕੋਈ ਵੀ ਹੋ ਸਕਦਾ ਜਿਹਨੇ ਅਟਰੈਕਟ ਕਰਨਾ ਉਹ ਕੋਈ ਵੀ ਬਾਡੀ ਅਸੀਂ ਲੈ ਰਹੇ ਇਹਦਾ ਮਤਲਬ ਉਸ ਟੈਸਟ ਮਾਸ ਦੀ ਕਿਤੇ ਵੀ ਡਿਪੈਂਡੈਂਸ ਨਹੀਂ ਆਏਗੀ ਪੋਟੈਂਸ਼ੀਅਲ ਦੀ ਵੈਲਿਊ ਦੇ ਅੰਦਰ ਅਸੀਂ ਕਿਹਾ ਸੀ ਪੋਟੈਂਸ਼ੀਅਲ ਜਦੋਂ ਵੀ ਅਸੀਂ ਡਿਫਾਈਨ ਕਰਦੇ ਹਾਂ ਟੈਸਟ ਮਾਸ ਸਾਡਾ ਹੈ ਹੀ 1 ਯੂਨਿਟ ਅਸੀਂ ਟੈਸਟ ਮਾਸ ਦੀ ਵੈਲਿਊ ਨੂੰ 1 ਯੂਨਿਟ ਰੱਖ ਕੇ ਹੀ ਡਿਫਾਈਨ ਕੀਤਾ ਵਾ ਟੈਸਟ ਮਾਸ ਉਹਦੇ ਵਿੱਚ ਮੇਰੇ ਕੋਲ ਫਾਈਨਾਈਟ ਵੈਲਿਊ ਦਾ ਹੈ ਹੀ ਨਹੀਂ ਜੇ ਮੈਂ ਟੈਸਟ ਮਾਸ ਨੂੰ ਫਾਈਨਾਈਟ ਵੈਲਿਊ ਦਾ ਲਵਾਂ ਤੇ ਫਿਰ ਅਸੀਂ ਉਸ ਟਰਮ ਦਾ ਨਾਮ ਪੋਟੈਂਸ਼ੀਅਲ એનર્ਜੀ ਰੱਖਾਂਗੇ ਇਹਦਾ ਮਤਲਬ ਸੋਰਸ ਜਿਹੜਾ ਪੋਟੈਂਸ਼ੀਅਲ ਹੋਏਗਾ ਇਟ ਇੰਡੀਪੈਂਡੈਂਟ ਆਫ ਦਾ ਟੈਸਟ ਮਾਸ ਬਟ ਇਟ ਡਿਪੈਂਡ ਓਨਲੀ ਔਨ ਦਾ એનર્ਜੀ ਸੋਰਸ ਮਾਸ ਐਂਡ ਡਿਸਟੈਂਸ ਬਿਟਵੀਨ ਸੋਰਸ ਐਂਡ ਟੈਸਟ ਮਾਸ ਯਾਨੀ ਸੋਰਸ ਤੇ ਟੈਸਟ ਮਾਸ ਦੇ ਵਿੱਚ ਦਾ ਡਿਸਟੈਂਸ ਕਿੰਨਾ ਉਹ ਪਤਾ ਹੋਵੇ सोर्स मास की स्ट्रेंथ कितनी वो पता होवे ते टेस्ट मास ते मास ते कोई डिपेंडेंस नहीं आएगी क्या आ चीज क्लियर है ਯੈਸ ਸਰ yes sir yes sir ਇਹਦੇ ਵਿੱਚ ਪੁੱਤ ਆਪਣਾ ਆਰਟੀਕਲ ਕੰਪਲੀਟ ਆ ਠੀਕ ਹੈ ਜੀ ਇਹਦੇ ਵਿੱਚ ਨਾਲ ਕੰਡੀਸ਼ਨ ਕੀ ਜੋੜਨ ਲੱਗੇ ਆਪਣੀ ਪੋਟੈਂਸ਼ੀਅਲ ਦੀ ਵੈਲਿਊ ਜਾਂ ਇਸ ਵੇਲੇ ਆਪਾਂ ਪੋਟੈਂਸ਼ੀਅਲ ਦਾ ਦੂਜਾ ਨਾਮ ਕਹਿ ਦਈਏ ਤਾਂ ਵਰਕ ਡਨ ਕਹਿ ਸਕਦੇ ਆ
ठीक है, क्योंकि वर्क डन ते पोटेंशियल दे विच सिर्फ फर्क इन्ना वा कि टेस्ट मास की वैल्यू कितनी है। ठीक है, जे टेस्ट मास की वैल्यू m नॉट आ, यानी जे टेस्ट मास, हुण गल ध्यान नाल समझो जो दसन लगिया, जे टेस्ट मास की वैल्यू m नॉट आ यानी फाइनाइट मास आ, फिर इस वर्क का नाम पोटेंशियल एनर्जी है। यानी जेड़ा मेरा नेक्स्ट टॉपिक बनना आपां कर लिया, जे आपां अगले टॉपिक की गल करिए, अगला टॉपिक आना एक्सप्रेशन फॉर ग्रेविटेशनल पोटेंशियल एनर्जी। डिटो वर्ड च आ स्टेप तो अगे आ जेडे लास्ट दो स्टेप लिखे आ छड़ दवा, आर्टिकल में इत्थे खत्म जे मैं कर लवां कि वर्क दी वैल्यू -g m m नॉट बाय r आ गई, ते मैं ये कहां जी दिस मच वर्क इज इक्वल टू ग्रेविटेशन पोटेंशियल एनर्जी। यानी यही वर्क का नाम जे मैं पोटेंशियल एनर्जी रख लवां ते मेरी डेरिवेशन ग्रेविटेशन पोटेंशियल एनर्जी दे उत्ते कंप्लीट हो जानी। पर जे ग्रेविटेशन पोटेंशियल कढना ते फिर पोटेंशियल एनर्जी ते पोटेंशियल च फर्क असीं सिर्फ क्या सी ए होएगा कि टेस्ट मास 1 यूनिट होवे, टेस्ट मास 1 यूनिट होवे तो असीं इहनूं पोटेंशियल कहांगे, टेस्ट मास m नॉट यूनिट होवे तो असीं इहनूं पोटेंशियल एनर्जी कहांगे। इसलिए जे मैं आ चीज दी थां ते इथे 1 पढ़ लवां, है ना, इथे मैं 1 पढ़ लवां ते मैं इहदा मतलब पोटेंशियल डिफाइन करदा पिया, ते जे मैं इथे 1 दी थां दे उत्ते इथे गिवन मास नाल मल्टीप्लाई कर लवां ते इहदा मतलब मैं पोटेंशियल एनर्जी डिफाइन करदा पिया। क्या इन्नी गल समझ लगी? Yes, sir. Yes. ਮੈਨੂੰ ਇੱਥੇ ਰਿਸਪੌਂਡ ਚਾਹੀਦਾ ਜੇ ਇੱਥੇ ਤੱਕ ਡਾਊਟ ਹੈ ਕਿਸੇ ਨੂੰ ਗ੍ਰੈਵਿਟੇਸ਼ਨ ਪੋਟੈਂਸ਼ੀਅਲ એનર્ਜੀ ਤੇ ਗ੍ਰੈਵਿਟੇਸ਼ਨ ਪੋਟੈਂਸ਼ੀਅਲ ਦੀ ਡੈਰੀਵੇਸ਼ਨ ਨੂੰ ਸਮਝਣ ਚ ਡਾਊਟ ਹੈਗਾ ਤੇ ਜ਼ਰੂਰ ਇੱਕ ਵਾਰੀ ਬੋਲੋ ਬੇਟਾ। ਕਿਸੇ ਸਿੰਗਲ ਬੱਚੇ ਨੂੰ ਵੀ ਟਰਮ ਚ ਡਾਊਟ ਹੈਗਾ ਤੇ ਇੱਥੇ ਜ਼ਰੂਰ ਬੋਲੋ। Sir, ਬੋਲੋ ਬੋਲੋ ਸੁਣ ਰਿਹਾ। sir ਜਿਹੜਾ ਐਂਡ ਵਾਲਾ ਤੁਸੀਂ ਕੀਤਾ v is equals to w by m naught, ਹਾਂਜੀ ਇਹਦੇ ਵਿੱਚ sir ਇਹ ਰਿਪੀਟ ਕਰੀ ਦੁਬਾਰਾ ਤੁਸੀਂ ਕਹਿੰਦੇ ਪਏ ਸੀ ਹੁਣੀ। ਸ਼ਿਵਮ ਆਪਾਂ ਇਹ ਕਹਿ ਰਹੇ ਨਾ ਜੋ ਤੁਸੀਂ ਕੱਢਿਆ ਇੱਥੇ ਤੱਕ ਇਹ ਤੁਹਾਡਾ ਟੋਟਲ ਵਰਕ m ਨॉट ਮਾਸ ਨੂੰ ਖਿੱਚਣ ਲਈ ਕੀਤਾ। यानी जे मैं m नॉट मास लैके आवा, ठीक है जी, ਉਹਦੇ ਲਈ मैं वर्क ਕੱਢ ਲਿਆ ਤੇ ਮੈਂ ਕਿਹਾ ਜੀ ਨਹੀਂ मैं m नॉट ਲਈ ਨਹੀਂ ਕੱਢਣਾ, मैं 1 किलोग्राम ਲਈ ਕੱਢਣਾ ਤੇ ਇਹਦਾ ਮਤਲਬ ਜੇ ਮੈਨੂੰ 10 किलोग्राम ਦਾ वर्क पता ਹੋਵੇ ਤੇ ਮੈਂ ਕੱਢਣਾ 1 किलोग्राम ਲਈ ਹੋਵੇ, ਕੀ ਕਰੇਗਾ? शिवम डिवाइड करेंगे। जे मैंने पुट 10 किलोग्राम ਦਾ वर्क पता ਤੇ मैं 1 किलोग्राम ਦਾ ਕੱਢਣਾ, ਕੀ ਕਰਾਂ ਮੈਂ ਉਹਦੇ ਲਈ? सर डिवाइड करांगे, 10 ਨਾਲ ਡਿਵਾਈਡ ਕਰੂੰਗਾ ਨਾ। ਜੇ ਮੈਨੂੰ ਇੱਕ ਟੌਫੀ ਦੇ ਜਾਰ ਜਿੱਚ 10 ਟੌਫੀਆਂ ਵਾ ਉਹਦਾ ਰੇਟ ਪਤਾ ਤੇ ਮੈਂ ਇੱਕ ਟੌਫੀ ਦਾ ਰੇਟ ਕੱਢਣਾ ਤੇ ਯੂਨਿਟਰੀ ਮੈਥਡ ਹੀ ਹੋਇਆ। ਹੁਣ ਜਦੋਂ ਇੱਕ ਟੌਫੀ ਦਾ ਰੇਟ ਕੱਢਿਆ ਅਸੀਂ ਉਹਦਾ ਨਾਮ ਪੋਟੈਂਸ਼ੀਅਲ ਰੱਖਿਆ, ਅਸੀਂ 1 ਯੂਨਿਟ ਮਾਸ ਦਾ ਵਰਕ ਕੱਢਿਆ ਉਹਦਾ ਨਾਮ ਅਸੀਂ ਪੋਟੈਂਸ਼ੀਅਲ ਰੱਖਿਆ ਤੇ ਜੇ m ਨॉट ਕਿਲੋਗ੍ਰਾਮ ਦਾ ਵਰਕ ਕੱਢਿਆ ਅਸੀਂ ਉਹਦਾ ਨਾਮ ਕਹਿੰਦਾ ਜੀ ਪੋਟੈਂਸ਼ੀਅਲ એનર્ਜੀ ਰੱਖਿਆ। ਗੱਲ ਸਮਝ ਆਈ? यस सर। क्या ਸਾਰਿਆਂ ਨੂੰ ਇਹ ਡਿਫਰੈਂਸ ਸਮਝ ਲੱਗਿਆ? यस यस सर। Yes, sir. ਆਪਾਂ ਦੋ ਟੌਪਿਕ ਕਵਰ ਕਰਦੇ ਪਏ। ਹੁਣ ਜੇ ਮੈਂ ਇੱਥੇ ਤੱਕ ਚੱਲਾਂ, ਠੀਕ ਹੈ, ਜਿਹੜਾ ਆਪਣਾ ਟੌਪਿਕ ਬਣ ਗਿਆ ਇਹਨੂੰ ਨਾਮ ਦਵਾਂ ਤੇ ਦੈਟਸ ਕਾਲਡ ਦਾ ਕਹਿੰਦਾ ਜੀ ਐਕਸਪ੍ਰੈਸ਼ਨ ਫॉर ਗ੍ਰੈਵਿਟੇਸ਼ਨ ਪੋਟੈਂਸ਼ੀਅਲ। ਆਪਾਂ ਐਕਸਪ੍ਰੈਸ਼ਨ ਗ੍ਰੈਵਿਟੇਸ਼ਨ ਪੋਟੈਂਸ਼ੀਅਲ ਦਾ ਕੱਢ ਲਿਆ। क्या आ सारा क्लियर? Yes, sir. Yes, Yes. sir. ਆਪਾਂ ਐਸਾ ਇੱਕ ਕੰਡੀਸ਼ਨ ਲਾਸਟ ਹੋਰ ਲਗਾ ਦਈਏ, ਠੀਕ ਹੈ ਜੀ, ਇਹਨੂੰ ਅੱਗੇ ਸਬ ਕੇਸ ਦੇ ਕੇ। ਹੁਣ ਜਿੱਦਾਂ ਜਿੱਦਾਂ ਪੁੱਤ ਮੈਂ r ਭਰਦਾ ਜਾਵਾਂਗਾ, ਜਿੱਦਾਂ ਜਿੱਦਾਂ ਮੈਂ r ਦੀ ਵੈਲਿਊ ਸਬਸਟੀਟਿਊਟ ਕਰਦਾ ਜਾਵਾਂਗਾ ਤੇ ਇਹਦਾ ਮਤਲਬ r ਜਿੱਦਾਂ ਜਿੱਦਾਂ ਇਨਕਰੀਜ਼ ਕਰੇਗਾ ਤੇ ਪੋਟੈਂਸ਼ੀਅਲ ਦੀ ਵੈਲਿਊ ਕੀ ਹੋਊ? Decrease. प्लीज ਡਿਕਰੀਜ਼। Very proper. ਥੋੜਾ ਜਿਹਾ ਧਿਆਨ ਦਿਓ, ਪੋਟੈਂਸ਼ੀਅਲ ਦੀ ਵੈਲਿਊ ਵੀ ਇਨਕਰੀਜ਼ ਹੋਣੀ ਆ। ਇਨਕਰੀਜ਼ ਤੇ ਡਿਕਰੀਜ਼ ਇਸ ਵੇਲੇ ਵਰਡ ਕਿੱਥੇ ਸਟੈਂਡ ਕਰਦੇ ਆ? ਮਾਈਨਸ ਨਾਲ। ਜੇ r ਮੇਰਾ ਇਨਕਰੀਜ਼ ਹੋਏਗਾ ਪੋਟੈਂਸ਼ੀਅਲ ਮੇਰਾ ਡਿਕਰੀਜ਼ ਹੋਏਗਾ, ਪਰ ਉਹ ਡਿਕਰੀਜ਼ ਕੱਚ ਹੋਏਗਾ सिमू टॉप से ही Magni- लगदा मैग्नीट्यूड ਦੇ ਅੰਦਰ। पानी मैडम ने ਆਪਾਂ ਜੇ ਆ ਲੈ ਰਹੇ ਪੁੱਤ, ਜੇ r ਦੀ ਵੈਲਿਊ ਮੈਂ 1 ਮੀਟਰ ਮੰਨਾ, r ਦੀ ਵੈਲਿਊ ਮੈਂ 1 ਮੀਟਰ ਮੰਨੀ, ਪੋਟੈਂਸ਼ੀਅਲ ਦੀ ਵੈਲਿਊ -gm ਆ ਗਈ ਤੇ ਜੇ ਮੈਂ r ਦੀ ਵੈਲਿਊ 2 ਮੰਨ ਲਵਾਂ ਤੇ ਪੋਟੈਂਸ਼ੀਅਲ ਦੀ ਵੈਲਿਊ -gm/2 ਆਈ। यस सर। ਤੇ ਜਿਹੜੀ Yes, sir. ਵੈਲਿਊ ਆਈ ਆ ਮੇਰੀ, ਜੇ ਉਹਨੂੰ ਥੋੜਾ ਧਿਆਨ ਦਿਓ ਤੇ r ਜਿੱਦਾਂ ਜਿੱਦਾਂ ਇਨਕਰੀਜ਼ ਕਰਦਾ ਪਿਆ ਪੋਟੈਂਸ਼ੀਅਲ ਦੀ ਵੈਲਿਊ ਨੈਗੇਟਿਵ ਚ ਡਿਕਰੀਜ਼ ਹੋ ਰਹੀ। यस Yes, सर। sir. ਪਰ ਨੈਗੇਟਿਵ ਡਿਕਰੀਜ਼ ਦਾ ਮਤਲਬ ਕੀ ਹੁੰਦਾ? ਪੋਜ਼ਿਟਿਵ ਚੋਂ ਵੈਲਿਊ ਮੇਰੀ इंक्रीज ਇਨਕਰੀਜ਼ ਹੋ ਰਹੀ ਆ। ਇਹਦਾ ਮਤਲਬ ਜਦੋਂ r ਮੇਰਾ ਇਨਕਰੀਜ਼ ਕਰਦੇ ਕਰਦੇ ਇਨਫਾਈਨਾਈਟ ਹੋ ਗਿਆ
R ने इंक्रीज करते करते ਆਪਾਂ ਜੇ ਤੇ ਆ ਲਾਈਨ ਇਦਾਂ ਲਿਖ ਦਈਏ, ਠੀਕ ਹੈ ਜੀ, ਆਪਣੇ ਕੋਲ ਜੇ ਕੰਡੀਸ਼ਨ ਦੇਖੀਏ if R increases, ਜੇ R ਮੇਰਾ ਇਨਕਰੀਜ਼ ਕਰੇਗਾ ਤੇ R ਦੇ ਇਨਕਰੀਜ਼ ਕਰਨ ਨਾਲ ਮੇਰਾ ਪੋਟੈਂਸ਼ੀਅਲ ਜਿਹੜਾ ਹੋਏਗਾ that should also going on increasing, ਇਹ ਪੋਜ਼ਿਟਿਵ ਸੈਂਸ ਚ ਲਿਖਿਆ ਸੀ। ਜਿੱਦਾਂ ਜਿੱਦਾਂ R ਮੇਰਾ ਇਨਕਰੀਜ਼ ਹੁੰਦਾ ਜਾਏਗਾ, R ਦੇ ਇਨਕਰੀਜ਼ ਕਰਨ ਨਾਲ ਪੋਟੈਂਸ਼ੀਅਲ ਨੈਗੇਟਿਵ ਚ ਡਿਕਰੀਜ਼ ਹੁੰਦਾ ਜਾਏਗਾ ਤੇ ਪੋਜ਼ਿਟਿਵ ਚ ਪੋਟੈਂਸ਼ੀਅਲ ਵਧੀ ਜਾਣਾ। ਤੇ ਕਹਿੰਦਾ ਮੈਕਸਿਮਮ ਪੋਟੈਂਸ਼ੀਅਲ ਕਿੰਨਾ ਹੋ ਸਕਦਾ, ਅਸੀਂ ਕਹਿੰਦੇ ਜੀ ਜਦੋਂ R ਦੀ ਵੈਲਿਊ ਇਨਫਾਈਨਾਈਟ ਹੋ ਗਈ, R ਦੀ ਵੈਲਿਊ ਇਨਫਾਈਨਾਈਟ, R ਕਿਹਨੂੰ ਕਿਹਾ, distance between source and test mass, R ਮੇਰਾ ਸੀਗਾ distance between source and the test mass, ਇਹਨਾਂ ਦੋ ਦੇ ਅੰਦਰ। ਤੇ ਜੇ ਇਹਨਾਂ ਦੋ ਦੇ ਵਿਚਲਾ distance ਇਨਫਾਈਨਾਈਟ ਹੋ ਜੇ ਤੇ ਬੇਟਾ 1/infinity 0 ਹੋ ਜਾਂਦਾ। Yes, sir. Yes, sir. ਜੇ ਆ ਲਾਈਨ ਇਦਾਂ ਲਿਖ ਦਈਏ if R equal to infinity, ਜੇ R ਦੀ ਵੈਲਿਊ ਮੇਰੀ ਇਨਫਿਨਿਟੀ ਹੋਵੇ ਤੇ ਪੋਟੈਂਸ਼ੀਅਲ ਦੀ ਵੈਲਿਊ ਮੇਰੀ 0 ਹੋ ਗਈ। ਹੁਣ ਅਸੀਂ ਕਹਿੰਦੇ ਜੀ ਪੋਟੈਂਸ਼ੀਅਲ 0 ਹੋ ਗਿਆ, ਆਪਾਂ ਗੱਲ ਇੱਥੋਂ ਹੀ ਸ਼ੁਰੂ ਹੋਈ ਸੀ। ਜਦੋਂ ਮੇਰੀ ਦੋ ਬਾਡੀਜ਼ ਜਿਹੜੀਆਂ ਨੇ ਸੋਰਸ ਤੇ ਟੈਸਟ ਮਾਸ ਇੱਕ ਦੂਜੇ ਤੋਂ ਇਨਫਾਈਨਾਈਟ ਡਿਸਟੈਂਸ ਤੇ ਪਈਆਂ ਹੋਣਗੀਆਂ, ਇਨਫਾਈਨਾਈਟ ਡਿਸਟੈਂਸ ਤੇ ਕੋਈ ਵਰਕ ਨਹੀਂ ਕਰਨਾ ਪਿਆ, ਪਰ ਜਿੱਦਾਂ ਜਿੱਦਾਂ ਇਹਨੂੰ ਮੈਂ ਅੰਦਰ ਨੂੰ ਲੈ ਕੇ ਆਂਦਾ ਗਿਆ, ਠੀਕ ਹੈ, ਤੇ ਇਸ ਦੀ ਅਟਰੈਕਟਿਵ ਫੋਰਸ ਦੇ ਅਗੇਂਸਟ ਇਹਨੂੰ ਅੰਦਰ ਆਉਣ ਲਈ ਵਰਕ ਕਰਨਾ ਪੈ ਰਿਹਾ। ਤੇ ਜੇ ਇਹਨੂੰ ਵਰਕ ਕਰਨਾ ਪਿਆ ਹਨਾ, ਅੰਦਰ ਲੈ ਕੇ ਆਉਣ ਲਈ ਸੀ ਵਰਕ ਕੀਤਾ ਵਾ, ਤੇ ਬੇਟਾ ਪੋਟੈਂਸ਼ੀਅਲ ਨੈਗੇਟਿਵ ਚ ਹੁੰਦਾ ਚਲਾ ਗਿਆ। ਠੀਕ ਹੈ, ਜਿੱਦਾਂ ਜਿੱਦਾਂ ਡਿਸਟੈਂਸ ਡਿਕਰੀਜ਼ ਹੁੰਦਾ ਗਿਆ, ਠੀਕ ਹੈ, ਅਟਰੈਕਟਿਵ ਫੋਰਸ ਇਹਨਾਂ ਦੋ ਦੇ ਅੰਦਰ ਵੱਧਦੀ ਚਲੇ ਜਾਣੀ। ਜਿੱਦਾਂ ਜਿੱਦਾਂ ਨੀਅਰ ਬਾਈ ਆਏਗੇ, ਅਟਰੈਕਟਿਵ ਫੋਰਸ ਵਧਣ ਦਾ ਮਤਲਬ ਹਮੇਸ਼ਾ ਇਹ ਹੋਏਗਾ potential ਤੇ potential energy becomes more and more negative in form। क्या मेरी गल्लां समझ लग रही है जो मैं कह रहा? ये लॉजिकल सिर्फ पॉइंट थोड़े समझने वाले, डेरिवेशन अपनी कंप्लीट हो चुकी है। आप ये गल कह रहे हैं कि जदों दो ऑब्जेक्ट ਨੂੰ ਤੁਸੀਂ ਨੀਅਰ ਬਾय लेके आंदे जाओगे है ना, ਤੇ ਇਹ ਰਿਜ਼ਲਟ ਕਹਿੰਦਾ R ਜਦੋਂ ਡਿਕਰੀਜ਼ ਕਰੇਗਾ ਪੋਟੈਂਸ਼ੀਅਲ ਇਨਕਰੀਜ਼ ਕਰੇਗਾ, ਪੋਟੈਂਸ਼ੀਅਲ ਇਨਕਰੀਜ਼ ਕੱਚ ਕਰੂ ਨੈਗੇਟਿਵ ਚ, ਤੇ ਜਿੰਨਾ ਪੋਟੈਂਸ਼ੀਅਲ ਮੇਰਾ ਨੈਗੇਟਿਵ ਚ ਜ਼ਿਆਦਾ ਵੱਧਦਾ ਜਾਏਗਾ, ਇਹਦਾ ਮਤਲਬ ਦੋ ਪਾਰਟੀਕਲ ਦੇ ਵਿੱਚ ਅਟਰੈਕਟਿਵ ਫੋਰਸ ਉਨੀ ਸਟਰੋਂਗ ਹੁੰਦੀ ਜਾਏਗੀ। ਜੇ ਦੋ ਪਾਰਟੀਕਲ ਦਾ ਗੈਪ ਮੇਰੇ ਕੋਲ ਲਾਰਜ ਆ ਤੇ ਇਹਨਾਂ ਚ ਅਟਰੈਕਟਿਵ ਫੋਰਸ ਵੀਕ ਹੋਏਗੀ, ਪਰ ਜਦੋਂ ਇਹ ਕਲੋਜ਼ ਆਂਦਾ ਜਾਏਗਾ ਹਨਾ, ਤੇ ਇਹਨਾਂ ਦਾ ਡਿਸਟੈਂਸ ਦੇ ਡਿਕਰੀਜ਼ ਹੋਣ ਕਰਕੇ ਇਹਨਾਂ ਚ ਅਟਰੈਕਟਿਵ ਫੋਰਸ ਅੱਗੇ ਨਾਲੋਂ इंक्रीज हो जाएगा। इंक्रीज होगी। ਜਦੋਂ ਅਟਰੈਕਟਿਵ ਫੋਰਸ ਇਨਕਰੀਜ਼ ਹੋਊਗੀ, ਅਸੀਂ ਕਹਿੰਦੇ ਜੀ ਉਦੋਂ ਪੋਟੈਂਸ਼ੀਅਲ ਹੋਰ ਨੈਗੇਟਿਵ ਹੋਏਗਾ। ਇਹਦਾ ਮਤਲਬ ਜਿੰਨੀ ਪੋਟੈਂਸ਼ੀਅਲ ਦੀ ਵੈਲਿਊ ਨੈਗੇਟਿਵ ਚ ਵਧੇਗੀ, ਜਿੰਨੀ ਪੋਟੈਂਸ਼ੀਅਲ ਦੀ ਵੈਲਿਊ ਨੈਗੇਟਿਵ ਚ ਵਧੇਗੀ, ਜਿੰਨੀ ਪੋਟੈਂਸ਼ੀਅਲ એનર્ਜੀ ਦੀ ਵੈਲਿਊ ਨੈਗੇਟਿਵ ਚ ਵਧੇਗੀ, ਇਹਦਾ ਮਤਲਬ ਦੋ ਆਬਜੈਕਟ ਦੇ ਅੰਦਰ ਉਨੀ ਅਟਰੈਕਟਿਵ ਫੋਰਸ ਵਧੇਗੀ। ਤੇ ਜਿੰਨੀ ਪੋਟੈਂਸ਼ੀਅਲ ਦੀ ਵੈਲਿਊ ਪੋਜ਼ਿਟਿਵ ਚ ਵਧੇਗੀ, ਜਿੰਨੀ ਪੋਟੈਂਸ਼ੀਅਲ ਦੀ ਵੈਲਿਊ ਨੈਗੇਟਿਵ ਚ ਘਟੇਗੀ, ਠੀਕ ਹੈ ਜੀ, ਇਹ ਮਤਲਬ ਉਨੀ ਹੀ ਉਹਨਾਂ ਦੇ ਅੰਦਰ ਅਟਰੈਕਟਿਵਨੈਸ ਜਿਹੜੀ ਹੋਏਗੀ that will going on decreasing। क्या ਆ ਚੀਜ਼ਾਂ ਸਮਝ ਆ ਰਹੀਆਂ? Yes, sir. Yes, sir. Yes, sir. ਟੌਪਿਕ ਆਪਣਾ ਕੰਪਲੀਟ ਹੈ ਜੀ। ਨਾਲ ਜਿਹੜੀ ਦੀ ਡਿਸਕਸ਼ਨ ਚਾਹੀਦੀ ਹੈ ਤੁਹਾਡੀ ਬੁੱਕ ਦੇ ਅੰਦਰ ਤੁਹਾਨੂੰ ਪੁਆਇੰਟਸ ਬਣ ਕੇ ਮਿਲੇਗੀ, ਠੀਕ ਹੈ। क्या ਇੰਨਾ ਸਮਝ ਲੱਗ ਰਿਹਾ? ਹੁਣ ਪੂਰਾ ਟੌਪਿਕ ਆਪਣਾ ਕੰਪਲੀਟ, ਇਹ 'ਚ ਕੋਈ ਡਾਊਟ ਹੈ ਇੱਕ ਵਾਰੀ ਮੈਨੂੰ ਬੋਲ ਦਿਓ। सर एंड वाली चीज ਜਿਹੜਾ ਤੁਸੀਂ ਐਂਡ ਵਾਲੀ ਸਿਰਫ ਅਸੀਂ ਕਰਕੇ ਨਹੀਂ, ਮਤਲਬ ਉਹ तो दो ऑब्जेक्ट ਦੇ ਵਿਚਲਾ ਡਿਸਟੈਂਸ ਜੇ ਇਨਕਰੀਜ਼ ਕਰੇਗਾ ਤੇ r ਦੇ ਇਨਕਰੀਜ਼ ਕਰਨ ਦਾ ਮਤਲਬ ਇੱਥੇ ਕੀ ਹੋਏਗਾ ਕਿ ਵੀ ਆ ਵਰਕ ਡਨ ਜਾਂ ਪੋਟੈਂਸ਼ੀਅਲ એનર્ਜੀ ਜਾਂ ਇਥੋਂ ਕਮਾਂ ਤੇ ਪੋਟੈਂਸ਼ੀਅਲ r ਦੇ ਇਨਕਰੀਜ਼ ਕਰਨ ਨਾਲ ਇਹ ਵੈਲਿਊ ਮੇਰੀ ਕੀ ਹੋਏਗੀ? ਡਿਕਰੀਜ਼ ਹੋਈ ਆ। ਡਿਕਰੀਜ਼ ਕੱਚ ਹੋਈ ਆ, ਅਸੀਂ ਕਹਿੰਦੇ ਨੈਗੇਟਿਵ ਚ। ਨੈਗੇਟਿਵ ਚ ਡਿਕਰੀਜ਼ ਹੋਣ ਦਾ ਮਤਲਬ ਪੋਟੈਂਸ਼ੀਅਲ ਵੱਧਦਾ ਜਾ ਰਿਹਾ, ਠੀਕ ਹੈ। ਤੇ ਜਦੋਂ ਦੋ ਯਾਨੀ ਪੋਟੈਂਸ਼ੀਅਲ ਮੇਰਾ ਪੋਜ਼ਿਟਿਵ ਚ ਜਦੋਂ ਵਧੇਗਾ ਤੇ ਹਮੇਸ਼ਾ ਉਹਦਾ ਮਤਲਬ ਹੋਏਗਾ ਅਟਰੈਕਟਿਵਨੈਸ ਘਟਣੀ ਆ। ਤੇ ਜਦੋਂ ਮੇਰਾ ਪੋਟੈਂਸ਼ੀਅਲ ਨੈਗੇਟਿਵ ਚ ਇਨਕਰੀਜ਼ ਹੋਏ